ਵਾਹਿਗੁਰੂ ਸਤਿਨਾਮ। ਵਾਹਿਗੁਰੂ ਸਾਹਿਬ ਜੀਓ। ਹਉਮੈ ਕਰਮ ਕਿਛ ਬਿਦ ਨਹੀਂ ਜਾਣੈ, ਜਿਉ ਕੁੰਚਰ ਨਹਾਏ ਖਾਕ ਸਿਰ ਛਾਣੈ। ਜੇ ਵਡਭਾਗ ਹੋਵੈ ਵਡ ਊਚੇ, ਨਾਨਕ ਨਾਮ ਜਪੈ ਸਚ ਸੂਚੇ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ। ਨਾਨਕ ਨਿਹਫਲ ਜਾਤ ਤੇ, ਜਿਉ ਕੁੰਚਰ ਇਸ਼ਨਾਨ। ਨਾਨਕ ਨਿਹਫਲ ਜਾਤ ਤੇ, ਜਿਉ ਕੁੰਚਰ ਇਸ਼ਨਾਨ। ਪਰਮ ਸਨਮਾਨਯੋਗ ਜੁਗ ਜੁਗ ਅਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਸਾਜੀ ਨਿਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਕਿਰਪਾ ਸਦਕਾ ਪਾਵਨ ਹਜ਼ੂਰੀ ਵਿੱਚ ਸੱਜ ਕੇ ਇਲਾਹੀ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਆਓ ਗੁਰੂ ਸਵਾਰਿਓ, ਜੋ ਪਿਛਲੇ ਕੁਝ ਸਮੇਂ ਤੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਸਲੋਕਾਂ ਦੀ ਵਿਚਾਰ ਚੱਲ ਰਹੀ ਹੈ, ਉਸੇ ਵਿਚਾਰ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਜੋ ਸਾਹਿਬ ਜੀ ਦਾ ਪਾਵਨ ਸਲੋਕ ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ। ਨਾਨਕ ਨਿਹਫਲ ਜਾਤ ਤੇ, ਜਿਉ ਕੁੰਚਰ ਇਸ਼ਨਾਨ। ਇਹ 46ਵਾਂ ਸਲੋਕ ਹੈ, ਸਲੋਕ ਨੰਬਰ 46। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਜੇਕਰ ਕੋਈ ਇਨਸਾਨ ਧਾਰਮਿਕ ਕਰਮ ਕਰੇ, ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ, ਵਰਤ ਰੱਖ ਲੈਣੇ, ਕਿਸੇ ਨੂੰ ਦਾਨ ਦੇ ਦੇਣਾ, ਜਾਂ ਇਸ ਤੋਂ ਇਲਾਵਾ ਹੋਰ ਵੀ ਜਿੰਨੇ ਧਾਰਮਿਕ ਕਰਮ ਨੇ, ਉਹ ਧਾਰਮਿਕ ਕਰਮ ਤਾਂ ਕਰੇ, ਪਰ ਉਹ ਧਾਰਮਿਕ ਕਰਮ ਕਰਨ ਦੇ ਨਾਲ ਜੇਕਰ ਇਨਸਾਨ ਦੇ ਅੰਦਰ ਹਉਮੈ ਆ ਜਾਏ, ਹਉਮੈ ਆਪਣੇ ਅੰਦਰ ਪੈਦਾ ਕਰ ਲਵੇ, ਤੇ ਸਤਿਗੁਰੂ ਜੀ ਕਹਿੰਦੇ ਇਹ ਸਾਰੇ ਕੀਤੇ ਹੋਏ ਧਾਰਮਿਕ ਕਰਮ ਵੇਸਟ ਚਲੇ ਜਾਂਦੇ ਨੇ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਕਹਿੰਦੇ ਇੱਕ ਹਾਥੀ, ਇੱਕ ਐਲੀਫੈਂਟ, ਉਹ ਇਸ਼ਨਾਨ ਕਰਕੇ ਜਦੋਂ ਬਾਹਰ ਨਿਕਲਦਾ ਹੈ, ਬਾਹਰ ਨਿਕਲਣ ਤੋਂ ਬਾਅਦ ਉਹ ਆਪਣੇ ਸਰੀਰ ਦੇ ਉੱਤੇ ਫਿਰ ਡਸਟ ਜਿਹੜੀ ਹੈ, ਖੇ ਮਿੱਟੀ ਜਿਹੜੀ ਹੈ, ਉਹ ਆਪਣੇ ਉੱਤੇ ਪਾ ਲੈਂਦਾ ਹੈ। ਤੇ ਜਿਸ ਇਨਸਾਨ ਦੀ ਹਾਲਤ ਬਿਲਕੁਲ ਇਸ ਹਾਥੀ ਵਰਗੀ ਹੈ, ਧਾਰਮਿਕ ਕਰਮ ਤਾਂ ਕੀਤੇ ਪਰ ਹਉਮੈ ਵਿੱਚ ਫਸ ਗਿਆ, ਸਤਿਗੁਰੂ ਜੀ ਕਹਿੰਦੇ ਉਹਦੇ ਵਿੱਚ ਤੇ ਇਸ ਹਾਥੀ ਦੇ ਵਿੱਚ ਫਰਕ ਹੀ ਕੋਈ ਨਹੀਂ, ਦੋਨੋਂ ਇੱਕ ਬਰਾਬਰ ਨੇ। ਹਾਥੀ ਦਾ ਕੀਤਾ ਹੋਇਆ ਇਸ਼ਨਾਨ ਵੀ ਵੇਸਟ ਚਲਾ ਗਿਆ, ਤੇ ਹਉਮੈ ਵਿੱਚ ਫਸੇ ਹੋਏ ਇਨਸਾਨ ਦੇ ਕੀਤੇ ਹੋਏ ਧਾਰਮਿਕ ਕਰਮ ਵੀ ਸਾਰੇ ਵੇਸਟ ਚਲੇ ਗਏ। ਸਾਹਿਬ ਜੀ ਕੀ ਸਮਝਾ ਰਹੇ ਨੇ ਇਹਨਾਂ ਪਾਵਨ ਬਚਨਾਂ ਦੇ ਵਿੱਚ? ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਦਸਮ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ। ਸਾਰੇ ਹੀ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹਾਂਗੇ
ਬੜੀਆਂ ਐਸੀਆਂ ਗੱਲਾਂ, ਜਾਂ ਇੱਦਾਂ ਕਹਿ ਲਈਏ ਕਿ ਉਹ ਖਜ਼ਾਨਾ ਇਸ ਬਾਣੀ ਦੇ ਵਿੱਚੋਂ ਮਿਲੇਗਾ ਜਿਸ ਦੇ ਬਾਰੇ ਇਨਸਾਨ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਏਗਾ। ਉਹ ਸ਼ੰਕੇ ਜਿਹੜੇ ਸਾਡੇ ਅੰਦਰ ਕਈ ਸਮੇਂ ਤੋਂ ਬੈਠੇ ਹੋਏ ਨੇ, ਜਦੋਂ ਬਾਣੀ ਪੜਾਂਗੇ ਪਿਆਰ ਦੇ ਨਾਲ ਤਾਂ ਉਹ ਸ਼ੰਕੇ ਸਾਰੇ ਨਿਵਰਤ ਹੋਣਗੇ, ਸਾਰੇ ਵਾਸ਼ ਹੋ ਜਾਣਗੇ, ਜਿੰਨੇ ਵੀ ਡਾਊਟ ਨੇ ਅੰਦਰ। ਬਾਣੀ ਪੜ੍ਹਦਿਆਂ ਪਤਾ ਲੱਗੇਗਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸਤਿਗੁਰਾਂ ਨੇ ਦੋ ਤਰ੍ਹਾਂ ਦੀ ਹਉਮੈ ਦਾ ਜ਼ਿਕਰ ਕੀਤਾ ਹੈ। ਦੋ ਤਰ੍ਹਾਂ ਦੀ ਹਉਮੈ, ਹਉਮੈ ਮਤਲਬ ਕਹਿ ਲਈਏ ਈਗੋ, ਦੋ ਤਰ੍ਹਾਂ ਦੀ ਹੈ ਜੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਸਮਝਾਈ ਹੈ ਜਿਹੜੀ। ਇੱਕ ਹਉਮੈ ਦਾ ਤਾਂ ਅਸਾਂ ਸਾਰਿਆਂ ਨੂੰ ਪਤਾ ਹੈ। ਕੋਈ ਇਨਸਾਨ ਥੋੜ੍ਹਾ ਜਿਹਾ ਰੱਬ ਦੀ ਕਿਰਪਾ ਦੇ ਨਾਲ ਅਮੀਰ ਹੋ ਜਾਏ, ਦੌਲਤ ਆ ਜਾਏ, ਉਸ ਨੂੰ ਆਪਣੀ ਦੌਲਤ ਦਾ ਹੰਕਾਰ ਹੋ ਜਾਂਦਾ ਹੈ। ਕਿਸੇ ਨੂੰ ਆਪਣੇ ਤਾਕਤਵਰ ਸਰੀਰ ਦਾ ਹੰਕਾਰ ਹੋ ਜਾਂਦਾ ਹੈ, ਕਿਸੇ ਨੂੰ ਆਪਣੀ ਸੁੰਦਰਤਾ ਦਾ ਹੰਕਾਰ ਹੋ ਜਾਂਦਾ ਹੈ। ਇਹ ਜਿਹੜੀ ਹਉਮੈ ਹੈ, ਇਹ ਈਗੋ ਜਿਹੜੀ ਹੈ ਨਾ, ਚਾਹੇ ਉਹ ਪਦਾਰਥਾਂ ਦੀ ਹੋਵੇ, ਚਾਹੇ ਸਰੀਰ ਦੀ ਹੋਵੇ, ਚਾਹੇ ਆਪਣੇ ਬਿਜ਼ਨਸ ਦੀ ਹੋਵੇ, ਚਾਹੇ ਆਪਣੀ ਸੁੰਦਰਤਾ ਦੀ ਹੋਵੇ, ਇਸ ਸਾਰੀ ਹਉਮੈ ਨੂੰ ਕਿਹਾ ਜਾਂਦਾ ਹੈ ਸੰਸਾਰਿਕ ਹਉਮੈ, ਸੰਸਾਰਿਕ ਈਗੋ। ਇੱਕ ਦੂਜੀ ਹਉਮੈ ਵੀ ਹੈ ਜਿਹੜੀ ਇਸ ਹਉਮੈ ਦੇ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ। ਉਸ ਨੂੰ ਕਹਿੰਦੇ ਨੇ ਜੀ ਧਾਰਮਿਕ ਹਉਮੈ, ਰਿਲੀਜੀਅਸ ਈਗੋ। ਜਿਹੜੀ ਸੰਸਾਰਿਕ ਹਉਮੈ ਆ, ਇਸ ਹਉਮੈ ਦੇ ਵਿੱਚ ਤਾਂ ਆਮ ਲੋਕ ਫਸੇ ਹੋਏ ਹੋਣਗੇ ਜੀ। ਜਿਹੜੇ ਪਰਮਾਤਮਾ ਦੇ ਨਾਲ ਨਹੀਂ ਜੁੜੇ, ਜਿਹੜੇ ਟੁੱਟੇ ਹੋਏ ਨੇ, ਉਹ ਇਸ ਹਉਮੈ ਦੇ ਵਿੱਚ ਫਸੇ ਰਹਿੰਦੇ ਨੇ, ਸੰਸਾਰਿਕ ਈਗੋ ਦੇ ਵਿੱਚ। ਜਿਹੜੀ ਧਾਰਮਿਕ ਹਉਮੈ ਹੈ, ਇਸ ਹਉਮੈ ਦੇ ਵਿੱਚ ਉਹ ਲੋਕ ਵੀ ਫਸਦੇ ਨੇ। ਇਹ ਧਾਰਮਿਕ ਹਉਮੈ ਦਾ ਜ਼ਿਕਰ ਹੀ ਸਤਿਗੁਰਾਂ ਨੇ ਬਾਣੀ ਦੇ ਵਿੱਚ ਉਹਨਾਂ ਲੋਕਾਂ ਦੇ ਲਈ ਕੀਤਾ ਜਿਹੜੇ ਬਾਹਰੀ ਤੌਰ ਤੇ ਸਾਨੂੰ ਲੱਗਦਾ ਹੈ ਕਿ ਇਹ ਬੜੇ ਧਰਮੀ ਨੇ, ਸਾਨੂੰ ਲੱਗਦਾ ਹੈ ਕਿ ਇਹ ਇਨਸਾਨ ਜਿਹੜਾ ਹੈ ਨਾ, ਇਹ ਬੜਾ ਧਾਰਮਿਕ ਹੈ, ਧਾਰਮਿਕ ਬਿਰਤੀ ਵਾਲਾ ਹੈ। ਪਰ ਸਾਹਿਬ ਜੀ ਕਹਿੰਦੇ ਕਿਤੇ ਨਾ ਕਿਤੇ ਉਹ ਇਨਸਾਨ ਜਿਹੜਾ ਸਾਨੂੰ ਬਾਹਰੋਂ ਧਾਰਮਿਕ ਨਜ਼ਰ ਆਉਂਦਾ ਹੈ, ਅੰਦਰੂਨੀ ਤੌਰ ਤੇ ਉਹ ਵੀ ਹਉਮੈ ਦੇ ਵਿੱਚ ਫਸਿਆ ਹੋਇਆ ਹੈ। ਸੁਖਮਨੀ ਸਾਹਿਬ ਆਪਾਂ ਸਾਧ ਸੰਗਤ ਰੋਜ਼ਾਨਾ ਪੜ੍ਹਦੇ ਹਾਂ। ਸੁਖਮਨੀ ਸਾਹਿਬ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਬੜੀ ਪਿਆਰੀ। ਉੱਥੇ ਜਿੱਥੇ ਸਤਿਗੁਰਾਂ ਨੇ ਸੰਸਾਰਿਕ ਹਉਮੈ ਦਾ ਜ਼ਿਕਰ ਕੀਤਾ, ਜਿੱਥੇ ਇਹ ਗੱਲ ਕਹਿ ਦਿੱਤੀ ਕਿ ਧਨ ਭੂਮਿਕਾ ਚੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਸਤਿਗੁਰੂ ਜੀ ਕਹਿੰਦੇ ਜਿਹੜਾ ਆਪਣੀ ਜਾਇਦਾਦ ਦਾ, ਆਪਣੀ ਧਨ ਦੌਲਤ ਦਾ ਹੰਕਾਰ ਕਰਦਾ ਹੈ, ਸਾਹਿਬ ਜੀ ਕਹਿੰਦੇ ਉਹ ਇਨਸਾਨ ਤਾਂ ਮੂਰਖ ਹੈ, ਉਹ ਤਾਂ ਮਾਇਆ ਦੇ ਮੋਹ ਦੇ ਵਿੱਚ ਅੰਨਾ ਹੋਇਆ ਪਿਆ ਹੈ। ਜਿਹੜਾ ਆਪਣੇ ਆਪ ਨੂੰ ਭਲਾ ਸਮਝਦਾ ਹੈ ਕਿ ਮੈਂ ਹੀ ਚੰਗਾ, ਸਤਿਗੁਰੂ ਜੀ ਕਹਿੰਦੇ ਉਹਦੇ ਵਰਗਾ ਮੂਰਖ ਦੁਨੀਆ ਵਿੱਚ ਕੋਈ ਨਹੀਂ। ਜਿਸ ਇਨਸਾਨ ਨੂੰ ਆਪਣੇ ਸਰੀਰ ਦਾ ਹੰਕਾਰ ਹੋ ਗਿਆ, ਸਤਿਗੁਰੂ ਜੀ ਕਹਿੰਦੇ ਉਹ ਇਨਸਾਨ ਥੋੜੀ ਨਾ, ਉਹ ਤਾਂ ਪਸ਼ੂਆਂ ਦੇ ਬਰਾਬਰ ਹੈ। ਇਸੇ ਹੀ ਅਸ਼ਟਪਦੀ ਦੇ ਵਿੱਚ ਸਤਿਗੁਰਾਂ ਨੇ ਧਾਰਮਿਕ ਹਉਮੈ ਦਾ ਵੀ ਜ਼ਿਕਰ ਕੀਤਾ ਹੈ। ਪਤਾ ਕੀ ਕਹਿੰਦੇ ਸਤਿਗੁਰੂ ਜੀ? ਸਾਹਿਬ ਜੀ ਕਹਿੰਦੇ ਕਿ ਜੇਕਰ ਕੋਈ ਇਨਸਾਨ ਕੋਟ ਕਰਮ ਕਰੈ ਹਉ ਧਾਰੇ, ਕੋਟ ਦਾ ਮਤਲਬ ਹੁੰਦਾ ਹੈ ਕਰੋੜਾਂ, ਕਰਮ ਦਾ ਮਤਲਬ ਇੱਥੇ ਆਪਾਂ ਕਰਾਂਗੇ ਜੀ ਧਾਰਮਿਕ ਤੌਰ ਤੇ ਮੰਨੇ ਹੋਏ ਕਰਮ। ਕੋਈ ਇਨਸਾਨ ਧਾਰਮਿਕ ਬਣਨ ਵਾਸਤੇ ਜਾਂ ਦੁਨੀਆ ਦੀ ਨਜ਼ਰ ਦੇ ਵਿੱਚ ਜਿਹੜਾ ਧਾਰਮਿਕ ਹੈ, ਉਹ ਕਰੋੜਾਂ ਹੀ ਧਾਰਮਿਕ ਕਰਮ ਕਰਦਾ ਹੈ। ਉਹਨਾਂ ਕਰਮਾਂ ਨੂੰ ਕਰਦਿਆਂ ਕਰਦਿਆਂ ਉਹਦੇ ਅੰਦਰ ਹਉਮੈ ਪੈਦਾ ਹੋ ਜਾਏ। ਸਤਿਗੁਰੂ ਜੀ ਕਹਿੰਦੇ ਕੋਟ ਕਰਮ ਕਰੈ ਹਉ ਧਾਰੇ, ਸ਼ਰਮ ਪਾਵੈ ਸਗਲੇ ਬਿਰਥਾਰੇ। ਬਿਰਥਾਰੇ ਦਾ ਮਤਲਬ ਹੈ ਜੀ ਵੇਸਟ ਚਲੇ। ਉਹਨਾਂ ਦਾ ਕੋਈ ਫਲ, ਕੋਈ ਬੈਨੀਫਿਟ ਉਸ ਇਨਸਾਨ ਨੂੰ ਨਹੀਂ ਪ੍ਰਾਪਤ ਹੋਏਗਾ ਜਿਸ ਨੇ ਧਾਰਮਿਕ ਕਰਮ ਕਰਦਿਆਂ ਕਰਦਿਆਂ ਆਪਣੇ ਅੰਦਰ ਹਉਮੈ ਨੂੰ ਜਨਮ ਦੇ ਦਿੱਤਾ। ਖਿਆਲ ਕਰਿਓ ਸਾਧ ਸੰਗਤ, ਭਾਈ ਗੁਰਦਾਸ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ। ਉਹਨਾਂ ਨੇ ਨਾ 3-4 ਐਗਜ਼ਾਮਪਲਸ ਦਿੱਤੀਆਂ ਤੇ ਉਹਨਾਂ ਐਗਜ਼ਾਮਪਲਸ ਦੇ ਥਰੂ ਸਮਝਾਇਆ। ਪਤਾ ਕੀ ਕਹਿੰਦੇ? ਕਹਿੰਦੇ ਸਪੋਜ਼ ਕਰ ਲਓ ਕਿ ਬਾਹਰ ਅੱਗ ਲੱਗੀ ਹੋਵੇ ਕਿਤੇ, ਬਾਹਰ ਦੀ ਲੱਗੀ ਹੋਈ ਅੱਗ ਨੂੰ ਬੁਝਾਉਣ ਵਾਸਤੇ ਕਿਸੇ ਨਦੀ ਦੇ ਵਿੱਚੋਂ ਪਾਣੀ ਲੈ ਕੇ ਉਹਦੇ ਉੱਤੇ ਪਾਵਾਂਗੇ, ਬੁਝ ਜਾਏਗੀ। ਪਰ
ਜੇਕਰ ਮੰਨ ਲਓ ਕਿ ਕੋਈ ਇਨਸਾਨ ਬੋਟ ਵਿੱਚ ਬੈਠਾ ਹੈ ਤੇ ਨਦੀ ਵਿੱਚ ਉਹ ਬੋਟ ਜਿਹੜੀ ਹੈ ਜਾ ਰਹੀ ਹੈ, ਚੱਲਦੀ ਪਈ ਹੈ, ਬਾਹਰ ਅੱਗ ਲੱਗੀ ਹੋਵੇ, ਪਾਣੀ ਬੁਝਾਏਗਾ, ਪਰ ਜੇਕਰ ਉਹ ਜਿਹੜੀ ਬੋਟ ਪਾਣੀ ਦੇ ਵਿੱਚ ਚੱਲ ਰਹੀ ਹੈ, ਉਸ ਬੋਟ ਦੇ ਵਿੱਚ, ਉਸ ਬੇੜੀ ਦੇ ਵਿੱਚ ਅੱਗ ਲੱਗ ਜਾਏ, ਫਿਰ ਕਹਿੰਦੇ ਕਿਸ ਤਰ੍ਹਾਂ ਬੁਝਾਇਆ ਜਾਵੇ। ਬੜਾ ਪਿਆਰਾ ਬਚਨ ਭਾਈ ਸਾਹਿਬ ਜੀ ਦਾ, ਕਹਿੰਦੇ ਬਾਹਰ ਕੀ ਅਗਨ ਬੂਝਤ ਜਲ ਸਰਤਾ ਕੈ, ਨਾਉ ਮੈਂ ਜੋ ਲਾਗੇ ਆਗ ਕੈਸੇ ਕੇ ਬੁਝਾਈਐ। ਦੂਜੀ ਐਗਜ਼ਾਮਪਲ ਦਿੰਦੇ ਨੇ, ਕਹਿੰਦੇ ਬਾਹਰ ਸੇ ਭਾਗ ਓਟ ਲੀਜੀਅਤ ਕੋਟ ਗੜ, ਗੜ ਮੈਂ ਜੋ ਲੂਟ ਲੀਜੈ ਕਹੋ ਕਤ ਜਾਈਏ। ਕਹਿੰਦੇ ਕੋਈ ਬੰਦਾ ਇਸ ਡਰ ਤੋਂ ਕਿ ਮੈਨੂੰ ਬਾਹਰੋਂ ਕੋਈ ਲੁੱਟ ਨਾ ਲਏ, ਬਚਣ ਵਾਸਤੇ ਉਹ ਕਿਸੇ ਗੜ ਦਾ ਮਤਲਬ ਹੁੰਦਾ ਜੀ ਕਿਲਾ, ਕਿਲੇ ਦੇ ਵਿੱਚ ਜਾ ਕੇ ਉਹ ਸ਼ੈਲਟਰ ਲੈ ਲੈਂਦਾ ਕਿ ਸ਼ਾਇਦ ਇੱਥੇ ਮੇਰਾ ਬਚਾਅ ਹੋ ਜਾਏਗਾ। ਬਾਹਰੋਂ ਇਸ ਕਰਕੇ ਦੌੜ ਕੇ ਕਿਲੇ ਦੇ ਅੰਦਰ ਐਂਟਰ ਕੀਤਾ ਸੀ ਕਿ ਸ਼ਾਇਦ ਮੈਂ ਬਚ ਜਾਵਾਂਗਾ ਲੁੱਟਣ ਤੋਂ। ਪਰ ਭਾਈ ਸਾਹਿਬ ਜੀ ਕਹਿੰਦੇ ਗੜ ਮੈਂ ਜੋ ਲੂਟ ਲੀਜੈ, ਜੇਕਰ ਉਸ ਕਿਲੇ ਦੇ ਵਿੱਚ ਹੀ ਲੁੱਟ ਲਿਆ ਜਾਵੇ, ਕਹੋ ਕਤ ਜਾਈਏ, ਫਿਰ ਕਿੱਥੇ ਜਾਇਆ ਜਾਏ, ਬਚਾਏ ਕੋਈ ਨਹੀਂ। ਤੀਜੀ ਐਗਜ਼ਾਮਪਲ ਦਿੰਦੇ ਨੇ, ਕਹਿੰਦੇ ਚੋਰਨ ਕੈ ਤਰਾਸ, ਚੋਰਾਂ ਦੇ ਡਰ ਕਰਕੇ, ਚੋਰਾਂ ਤੋਂ ਬਚਣ ਵਾਸਤੇ ਕਿ ਚੋਰ ਕਿਤੇ ਮੈਨੂੰ ਮੇਰੀ ਜਾਇਦਾਦ ਨੂੰ, ਮੇਰੀ ਧਨ ਦੌਲਤ ਨੂੰ ਚੁਰਾ ਨਾ ਲਵੇ। ਚੋਰਨ ਕੈ ਤਰਾਸ ਜਾਏ ਸ਼ਰਨ ਗਹਿ ਨਰਿੰਦ, ਨਰਿੰਦ ਦਾ ਮਤਲਬ ਹੁੰਦਾ ਹੈ ਜੀ ਰਾਜਾ। ਕੋਈ ਬੰਦਾ ਚੋਰਾਂ ਤੋਂ ਬਚਣ ਵਾਸਤੇ ਕਿਸੇ ਰਾਜੇ ਦੇ ਕੋਲ ਜਾ ਕੇ ਉਹਦੀ ਸ਼ਰਨ ਲੈ ਲਏ, ਉਹਦੇ ਕੋਲ ਜਾ ਕੇ ਫਰਿਆਦ ਕਰੇ ਕਿ ਇਹ ਰਾਜਨ ਮੇਰੀ ਰੱਖਿਆ ਕਰੋ, ਇਹ ਚੋਰ ਜਿਹੜੇ ਨੇ ਇਹ ਮੈਨੂੰ ਲੁੱਟਣ ਵਾਸਤੇ ਆ ਰਹੇ ਨੇ, ਮੇਰੇ ਘਰੇ ਚੋਰੀ ਕਰਨ ਵਾਸਤੇ ਆ ਰਹੇ ਨੇ। ਰਾਜੇ ਦੀ ਸ਼ਰਨ ਇਸ ਕਰਕੇ ਲਈ ਸੀ ਤਾਂ ਕਿ ਰਾਜਾ ਉਹਨਾਂ ਦੀ ਰੱਖਿਆ ਕਰੇ, ਚੋਰਾਂ ਦੇ ਕੋਲੋਂ ਬਚਾਏ। ਪਰ ਹੋਇਆ ਕੀ? ਕਹਿੰਦੇ ਚੋਰਨ ਕੈ ਤਰਾਸ ਜਾਏ ਸ਼ਰਨ ਗਹਿ ਨਰਿੰਦ, ਮਾਰੇ ਮਹੀਪਤ ਜੀਓ ਕੈਸੇ ਕੇ ਬਚਾਈਏ। ਕਹਿੰਦੇ ਜੇ ਰਾਜਾ ਹੀ ਮਾਰ ਦਏ ਤੇ ਫਿਰ ਆਪਣੀ ਜਿੰਦ ਨੂੰ ਬਚਾਇਆ ਕਿੱਥੇ ਜਾਏ। ਜਿਸ ਰਾਜੇ ਦੇ ਕੋਲ ਆਣ ਕੇ ਸ਼ਰਨ ਲਈ ਸੀ ਬਚਣ ਵਾਸਤੇ, ਜੇਕਰ ਉਹ ਰਾਜਾ ਹੀ ਮਾਰਨ ਲੱਗ ਪਵੇ ਤੇ ਫਿਰ ਬਚਾ ਕਿਤੇ ਨਹੀਂ। ਕੌਣ ਬਚਾਏਗਾ? ਕੋਈ ਨਹੀਂ ਬਚਾ ਸਕਦਾ। ਲਾਸਟ ਪੰਕਤੀ ਦੇ ਵਿੱਚ ਭਾਈ ਸਾਹਿਬ ਜੀ ਨੇ ਤੱਤ ਦੀ ਗੱਲ ਕਹੀ ਆ, ਜਿਹੜੀ ਧਾਰਮਿਕ ਹਉਮੈ ਹੈ। ਕਹਿੰਦੇ ਮਾਇਆ ਡਰ, ਮਾਇਆ ਜਿਹੜੀ ਹੈ ਨਾ, ਜਿਹੜੀ ਹਉਮੈ ਕਹਿ ਲਈਏ, ਮਾਇਆ ਦਾ ਕੇਵਲ ਮਤਲਬ ਸਾਧ ਸੰਗਤ ਧਨ ਦੌਲਤ ਨਹੀਂ ਹੈ। ਮਾਇਆ ਦਾ ਮਤਲਬ ਇਕੱਲਾ ਧਨ ਦੌਲਤ ਹੀ ਨਹੀਂ ਹੈ। ਹਰ ਇੱਕ ਉਹ ਚੀਜ਼ ਜਿਹੜੀ ਇਨਸਾਨ ਨੂੰ ਪਰਮਾਤਮਾ ਦੇ ਨਾਲੋਂ ਤੋੜਦੀ ਹੈ, ਉਹ ਮਾਇਆ ਹੈ। ਤੇ ਭਾਈ ਸਾਹਿਬ ਜੀ ਕਹਿੰਦੇ ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਵੇ। ਮਾਇਆ ਤੋਂ ਬਚਣ ਵਾਸਤੇ, ਮਾਇਆ ਤੋਂ ਡਿਟੈਚ ਹੋਣ ਵਾਸਤੇ, ਇਸ ਹਉਮੈ ਦਾ ਤਿਆਗ ਕਰਨ ਵਾਸਤੇ ਇਨਸਾਨ ਗੁਰਦੁਆਰੇ ਆਉਂਦਾ ਹੈ, ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ, ਧਾਰਮਿਕ ਸਥਾਨਾਂ ਤੇ ਜਾਂਦਾ ਹੈ। ਪਰ ਜੇਕਰ ਉੱਥੇ ਜਾ ਕੇ ਵੀ ਇਹ ਹਉਮੈ ਅੰਦਰ ਪੈਦਾ ਹੋ ਜਾਏ ਤੇ ਫਿਰ ਬਚਾਅ ਕਿੱਥੇ ਹੋਏਗਾ? ਕੋਈ ਆਮ ਇਨਸਾਨ ਹੈ ਜਿਹੜਾ ਹਉਮੈ ਦੇ ਵਿੱਚ ਫਸਿਆ ਹੋਇਆ, ਉਹ ਗੁਰਦੁਆਰੇ ਆਏਗਾ, ਗੁਰੂ ਦੇ ਕੋਲ ਆਏਗਾ, ਧਾਰਮਿਕ ਮੰਦਰ, ਚਰਚ ਜਾਂ ਮੌਸਕ ਦੇ ਵਿੱਚ ਜਾਏਗਾ ਤਾਂ ਕਿ ਮੈਂ ਆਪਣੇ ਅੰਦਰੋਂ ਜਿਹੜੇ ਇਹ ਔਗਣ ਨੇ ਹਉਮੈ ਵਰਗੇ, ਇਹਨਾਂ ਨੂੰ ਖਤਮ ਕਰਾਂ, ਇਹਨਾਂ ਨੂੰ ਆਪਣੇ ਅੰਡਰ ਕੰਟਰੋਲ ਕਰ ਸਕਾਂ। ਪਰ ਜੇਕਰ ਇੱਥੇ ਆਣ ਕੇ ਵੀ ਉਹੀ ਹਉਮੈ ਅੰਦਰ ਸਟਰੋਂਗ ਹੋ ਜਾਣੀ ਹੈ, ਪ੍ਰਚੰਡ ਹੋ ਜਾਣੀ ਹੈ, ਤੇ ਫਿਰ ਬਚਾਅ ਕਿੱਥੇ ਹੋਏਗਾ? ਭਾਈ ਸਾਹਿਬ ਜੀ ਕਹਿੰਦੇ ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਵੇ, ਤਹਾਂ ਜਾਓ ਮਾਇਆ ਵਿਆਪੈ ਕਹਾਂ ਠਹਿਰਾਈਏ। ਕਿੱਥੇ ਧੀਰ ਜਾਏਗਾ ਇਸ ਮਨ ਨੂੰ? ਹੋ ਇਸੇ ਤਰ੍ਹਾਂ ਹੀ ਰਿਹਾ ਸਾਧ ਸੰਗਤ। ਜਦੋਂ ਅਸੀਂ ਗੁਰੂ ਘਰ ਆਨੇ ਆ ਨਾ, ਤੇ ਮੇਰੇ ਵਰਗਾ ਕਿਤੇ 2-4 ਦਿਨ ਆਣ ਕੇ ਸੇਵਾ ਕਰਨ ਲੱਗ ਪਏ ਤੇ ਅੰਦਰ ਹਉਮੈ ਆ ਜਾਂਦੀ ਹੈ ਕਿ ਮੈਂ ਸੇਵਾ ਕਰਦਾ। ਕਿਤੇ 2 ਦਿਨ ਕਿਤੇ ਜਪਜੀ ਸਾਹਿਬ ਦਾ ਪਾਠ ਕਰ ਲੈਣਾ ਭੁੱਲ ਭੁਲੇਖੇ ਮੇਰੇ ਵਰਗੇ ਨੇ, ਤੇ ਅੰਦਰ ਹਉਮੈ ਪੈਦਾ ਹੋ ਜਾਂਦੀ ਹੈ ਜੀ ਮੈਂ ਤਾਂ ਸਵੇਰੇ ਉੱਠ ਕੇ ਪਾਠ ਕਰਦਾ। ਇਸੇ ਤਰ੍ਹਾਂ ਦੀ ਹਉਮੈ ਨਾ, ਕਿਤੇ ਹਿਸਟਰੀ ਨੂੰ ਪੜ੍ਹੀਏ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਸਮੇਂ ਦੇ ਇੱਕ ਸਿੱਖ ਹੋਏ ਨੇ ਭਾਵਨਾ ਵਾਲੇ ਭਾਈ ਮਹਾਨਾ। ਉਹ ਕਹਿੰਦੇ ਗੁਰੂ ਕੇ ਲੰਗਰਾਂ ਦੇ ਵਿੱਚ ਨਾ ਭਾਈ ਮਹਾਨਾ ਜਿਹੜੇ ਨੇ ਉਹ ਸੇਵਾ ਕਰਿਆ ਕਰਦੇ ਸੀ। ਬੜੇ ਪਿਆਰ ਦੇ ਨਾਲ ਸੇਵਾ ਕਰਨੀ ਜੀ। ਸਟਾਰਟਿੰਗ ਦੇ ਵਿੱਚ ਬੜੀ ਸੇਵਾ ਕੀਤੀ ਭਾਈ ਮਹਾਨਾ ਜੀ ਨੇ। ਪਰ ਆ ਜਿਹੜੀ ਧਾਰਮਿਕ ਹਉਮੈ ਹੈ ਨਾ, ਇਹ ਆਪਣਾ ਜ਼ੋਰ ਪਾ ਹੀ ਦਿੰਦੀ ਹੈ। ਭਾਈ ਮਹਾਨਾ ਜੀ ਸੇਵਾ ਕਰਦੇ ਨੇ ਲੰਗਰਾਂ ਦੇ ਵਿੱਚ, ਤੇ ਸੇਵਾ ਕਰਦਿਆਂ ਕਿਤੇ ਪਹਿਲਾਂ ਪਿਆਰ ਦੇ ਨਾਲ ਸੇਵਾ ਕਰਿਆ ਕਰਦੇ ਸੀ, ਪਰ ਜਦੋਂ ਥੋੜ੍ਹਾ ਜਿਹਾ ਟਾਈਮ ਲੰਘ ਗਿਆ ਨਾ, ਬਤੀਤ ਹੋਇਆ, ਤੇ ਇਸ ਹਉਮੈ ਨੇ ਅੰਦਰ ਜਗ੍ਹਾ ਬਣਾ ਲਈ। ਤੇ ਹੁਣ ਜਦੋਂ
ਲੰਗਰ ਦੇ ਵਿੱਚ ਸੇਵਾ ਕਰਦੇ ਪਏ ਨੇ, ਤੇ ਕਿਸੇ ਗਰੀਬ ਸਿੱਖ ਨੇ ਆਣ ਕੇ ਜਦੋਂ ਭਾਈ ਮਾਣਾ ਦੇ ਕੋਲੋਂ ਲੰਗਰ ਵਾਸਤੇ ਬੇਨਤੀ ਕਰਨੀ, ਤੇ ਭਾਈ ਮਾਣਾ ਨੇ ਬੜੇ ਕੌੜੇ ਬਚਨ ਅੱਗੋਂ ਬੋਲਣੇ, ਕਹਿਣ ਲੱਗਾ ਮੈਂ ਗੁਰੂ ਦਾ ਸੇਵਕ ਹਾਂ, ਤੁਹਾਡੇ ਕੰਗਾਲਾਂ ਦਾ ਨਹੀਂ। ਕੰਗਾਲ ਕਹਿੰਦੇ ਨੇ ਜੀ ਗਰੀਬ ਨੂੰ। ਕਹਿੰਦਾ ਮੈਂ ਗੁਰੂ ਕਾ ਸੇਵਕ ਹਾਂ, ਤੁਹਾਡੇ ਕੰਗਾਲਾਂ ਦਾ ਨਹੀਂ, ਮੈਂ ਤੁਹਾਡਾ ਨੌਕਰ ਨਹੀਂ ਲੱਗਿਆ। ਇਹ ਜਿਹੜੇ ਲਫ਼ਜ਼ ਨੇ ਨਾ, ਹੋਣਾ ਤੇ ਇਦਾਂ ਚਾਹੀਦਾ ਸੀ ਕਿ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਉਸ ਸੇਵਾ ਦੇ ਨਾਲ ਅੰਦਰ ਇੰਨੀ ਕੁ ਨਿਮਰਤਾ ਆ ਜਾਏ, ਇੰਨੀ ਕੁ ਨਿਮਰਤਾ ਆ ਜਾਏ ਕਿ ਗੁਰੂ ਫਿਰ ਜਿਸ ਤਰ੍ਹਾਂ ਭਾਈ ਨੰਦ ਲਾਲ ਨੂੰ ਕਿਹਾ ਸੀ ਨਾ ਜੀ ਗੁਰੂ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਕਿ ਨੰਦ ਲਾਲ ਤੋਂ ਹਮਰੋ ਦਾਤਾ। ਭਾਈ ਨੰਦ ਲਾਲ ਜਿਹੜੇ ਨੇ ਨਾ ਜੀ, ਉਹ ਤੇ ਗੁਰੂ ਸਾਹਿਬ ਕਹਿੰਦੇ ਇਹ ਤਾਂ ਮੇਰਾ ਵੀ ਦਾਤਾ ਹੈ, ਮੈਨੂੰ ਵੀ ਦਾਤਾਂ ਦੇਣ ਵਾਲਾ ਹੈ। ਕਿਉਂਕਿ ਭਾਈ ਨੰਦ ਲਾਲ ਇਸ ਭਾਵਨਾ ਦੇ ਨਾਲ ਸੇਵਾ ਕਰਦੇ ਸੀ ਗੁਰੂ ਕੇ ਲੰਗਰਾਂ ਦੇ ਵਿੱਚ, ਕੋਈ ਵੀ ਆ ਜਾਏ, ਕਿਸੇ ਸਮੇਂ ਵੀ ਆ ਜਾਏ, ਉਹਨੂੰ ਆਪਣੇ ਲੰਗਰ ਦੇ ਵਿੱਚੋਂ ਕਦੇ ਭੁੱਖਿਆ ਨਹੀਂ ਸੀ ਜਾਣ ਦਿੰਦੇ। ਬੋਲਣਾ ਇੰਨੇ ਪਿਆਰ ਦੇ ਨਾਲ ਕਿ ਜਿਹਦੇ ਨਾਲ ਬੋਲਣਾ ਉਹ ਭਾਈ ਸਾਹਿਬ ਜੀ ਦੇ ਬਚਨ ਸੁਣ ਕੇ, ਉਹਨਾਂ ਦੇ ਲਫ਼ਜ਼ ਜ਼ੁਬਾਨ ਤੋਂ ਸੁਣ ਕੇ ਉਹਨਾਂ ਦਾ ਹੀ ਹੋ ਕੇ ਰਹਿ ਜਾਂਦਾ ਸੀ। ਤੇ ਭਾਈ ਮਾਣਾ ਨੇ ਕੌੜੇ ਬਚਨ ਬੋਲਣੇ, ਕਹਿਣ ਲੱਗਾ ਜੀ ਮੈਂ ਗੁਰੂ ਕਾ ਸੇਵਕ ਹਾਂ, ਤੁਹਾਡੇ ਕੰਗਾਲਾਂ ਦਾ ਨਹੀਂ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਪਤਾ ਲੱਗਾ ਤੇ ਗੁਰੂ ਅੰਗਦ ਸਾਹਿਬ ਜੀ ਨੇ ਭਾਈ ਮਾਣਾ ਨੂੰ ਸਮਝਾਇਆ, ਕਹਿਣ ਲੱਗੇ ਭਲਿਆ ਇਸ ਸੇਵਾ ਨੇ ਅੰਦਰ ਧੋਣਾ ਹੈ, ਇਸ ਸੇਵਾ ਨੇ ਅੰਦਰੋਂ ਹੰਕਾਰ ਨੂੰ, ਹਉਮੈ ਨੂੰ ਕੱਢਣਾ ਹੈ। ਪਰ ਜੇਕਰ ਇਸ ਸੇਵਾ ਦਾ ਹੀ ਹੰਕਾਰ ਹੋ ਗਿਆ, ਬਚਾ ਕਿਤੇ ਨਹੀਂ ਹੋਣਾ। ਜਿਹੜੀ ਗੱਲ ਭਾਈ ਸਾਹਿਬ ਜੀ ਕਹਿੰਦੇ ਪਏ ਨੇ ਨਾ, ਕਹਿੰਦੇ ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਵੇ, ਤਾਹਾਂ ਜੋ ਮਾਇਆ ਵਿਆਪੈ ਕਹਾਂ ਠਹਿਰਾਈ ਹੈ। ਕਹਿੰਦੇ ਜੇ ਇੱਥੇ ਆਣ ਕੇ ਵੀ ਇਸ ਹਉਮੈ ਦੇ ਜਾਲ ਵਿੱਚ ਹੀ ਫਸ ਗਏ ਤੇ ਫਿਰ ਸਾਧ ਸੰਗਤ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਬਚਾ ਕਿਤੇ ਨਹੀਂ ਜੀ ਹੋ ਸਕਣਾ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਕੋਟ ਕਰਮ ਕਰੈ ਹਉ ਧਾਰੈ, ਸ਼ਰਮ ਪਾਵੈ ਸਗਲੇ ਬਿਰਥਾਰੇ, ਅਨੇਕ ਤਪੱਸਿਆ ਕਰੇ ਅਹੰਕਾਰ। ਤਪੱਸਿਆ ਕਰਦਾ ਪਿਆ ਜੀ ਕੋਈ, ਉਸ ਨੂੰ ਆਪਣੀ ਤਪੱਸਿਆ ਦਾ, ਤਪੱਸਿਆ ਇਹਨੂੰ ਥੋੜਾ ਜਿਹਾ ਆਪਾਂ ਈਜ਼ੀ ਸਮਝਣ ਵਾਸਤੇ ਕਹਿ ਲਈਏ ਕਿ ਕੋਈ ਬੰਦਗੀ ਕਰ ਰਿਹਾ ਹੈ। ਕਈ ਵਾਰ ਇਦਾਂ ਹੁੰਦਾ ਹੈ ਜੀ ਕਿ 2 ਪਲ ਜਾਂ 2 ਘੜੀਆਂ ਕਿਤੇ ਉਸ ਪ੍ਰਮਾਤਮਾ ਦੀ ਯਾਦ ਵਿੱਚ ਜੁੜ ਗਏ ਤੇ ਉਹਦਾ ਵੀ ਕਿਤੇ ਨਾ ਕਿਤੇ ਨਾ ਹੰਕਾਰ ਹੋ ਜਾਂਦਾ। ਕਿਤੇ ਆਸਾ ਦੀ ਵਾਰ ਆਪਾਂ ਧਿਆਨ ਦੇ ਨਾਲ ਪੜ੍ਹੀਏ ਜਾਂ ਸੁਣੀਏ ਨਾ ਤੇ ਪਤਾ ਲੱਗੇਗਾ ਗੁਰੂ ਸਾਹਿਬ ਜੀ ਇਸ ਆਸਾ ਕੀ ਵਾਰ ਦੇ ਵਿੱਚ ਕਹਿੰਦੇ ਨੇ ਇਹ ਹਉਮੈ ਜਿਹੜਾ ਹੈ ਨਾ, ਇਹ ਬੜਾ ਭਿਆਨਕ ਰੋਗ ਹੈ, ਇਹ ਬੜਾ ਭਿਆਨਕ ਰੋਗ ਹੈ। ਜਿੱਥੇ ਸੰਸਾਰਿਕ ਤੌਰ ਤੇ ਇਸ ਨੇ ਆਪਣੇ ਜਾਲ ਦੇ ਵਿੱਚ ਲੋਕਾਂ ਨੂੰ ਫਸਾਇਆ ਹੋਇਆ ਹੈ ਨਾ, ਉੱਥੇ ਇਹ ਧਾਰਮਿਕ ਤੌਰ ਤੇ ਧਾਰਮਿਕ ਸਮਝੇ ਜਾਣ ਵਾਲੇ ਲੋਕਾਂ ਨੂੰ ਵੀ ਨਹੀਂ ਜੀ ਛੱਡਦੀ, ਉਹਨਾਂ ਦੇ ਅੰਦਰ ਵੀ ਆਪਣੀ ਜਗ੍ਹਾ ਬਣਾ ਲੈਂਦੀ ਹੈ। ਇਹਨੂੰ ਇਸੇ ਕਰਕੇ ਸੂਖਸ਼ਮ ਵੀ ਕਿਹਾ ਗਿਆ ਹੈ ਕਿ ਬੜੀ ਸੂਖਸ਼ਮ ਹੈ ਹਉਮੈ, ਪਤਾ ਨਹੀਂ ਲੱਗਣ ਦਿੰਦੀ ਕਿਸ ਸਮੇਂ ਇਨਸਾਨ ਦੇ ਅੰਦਰ ਆਣ ਕੇ ਬਹਿ ਜਾਂਦੀ ਹੈ। ਤੇ ਸਾਧ ਸੰਗਤ ਸਤਿਗੁਰਾਂ ਨੇ ਇਸ ਹਉਮੈ ਤੋਂ ਬਚਣ ਵਾਸਤੇ ਕਿਹਾ ਹੈ। ਆ ਜਿਹੜੀ ਗੱਲ ਗੁਰੂ ਤੇਗ ਬਹਾਦਰ ਮਹਾਰਾਜ ਇਸ ਪਾਵਨ ਸ਼ਲੋਕ ਦੇ ਵਿੱਚ ਸਾਨੂੰ ਸਮਝਾ ਰਹੇ ਨੇ ਨਾ, ਕੀ ਕਹਿ ਰਹੇ ਨੇ ਸਤਿਗੁਰੂ ਜੀ? ਕਹਿੰਦੇ ਤੀਰਥ ਬਰਤ ਅਰ ਦਾਨ ਕਰ। ਤੀਰਥਾਂ ਤੇ ਜਾ ਕੇ ਇਸ਼ਨਾਨ ਵੀ ਕਰ ਲਿਆ, ਵਰਤ ਵੀ ਰੱਖ ਲਏ, ਕਿਸੇ ਲੋੜਵੰਦ ਨੂੰ ਦਾਨ ਵੀ ਦੇ ਦਿੱਤਾ, ਪਰ ਹੋਇਆ ਕੀ ਹੈ ਕਿ ਇਹ ਸਾਰੇ ਕਰਮ ਕਰਦਿਆਂ ਕਰਦਿਆਂ ਅੰਦਰ ਹਉਮੈ ਵੀ ਆ ਗਈ ਹੈ। ਜਦੋਂ ਦਾਨ ਦੇਣ ਲੱਗਾ ਤੇ ਮਨ ਦੇ ਵਿੱਚ ਇਹ ਖਿਆਲ ਪੈਦਾ ਹੋ ਗਿਆ ਕਿ ਮੈਂ ਦੇ ਰਿਹਾ, ਮੈਂ ਦੇ ਰਿਹਾ। ਜਿੱਥੇ ਮੈਂ ਆ ਗਈ ਉੱਥੇ ਕੀਤਾ ਹੋਇਆ ਜਿਹੜਾ ਦਾਨ ਪੁੰਨ ਹੈ, ਸਤਿਗੁਰੂ ਜੀ ਕਹਿੰਦੇ ਸਾਰਾ ਹੀ ਵੇਸਟ ਚਲਾ ਗਿਆ। ਤੇ ਕਿਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਨਾ ਸੋਰਠ ਰਾਗ ਦੇ ਵਿੱਚ ਨਾ ਜੀ ਅਸ਼ਟਪਦੀ ਹੈ, ਉਹ ਅਸ਼ਟਪਦੀ ਧਿਆਨ ਦੇ ਨਾਲ ਪੜ੍ਹ ਕੇ ਦੇਖਣਾ ਕਿਤੇ। ਉਹਦੇ ਵਿੱਚ ਸਤਿਗੁਰਾਂ ਨੇ ਇਹੀ ਗੱਲ ਸਮਝਾਈ ਹੈ ਕਿ ਇਸ ਧਾਰਮਿਕ ਹਉਮੈ ਤੋਂ ਇਨਸਾਨ ਬਚਣਾ ਜ਼ਰੂਰੀ ਹੈ। ਜੇ ਧਾਰਮਿਕ ਤੌਰ ਤੇ ਕੁਝ ਕਰਮ ਕਰਦਾ ਪਿਆ ਹੈ ਨਾ ਧਰਮੀ ਬਣ ਕੇ, ਤੇ ਸਤਿਗੁਰੂ ਜੀ ਕਹਿੰਦੇ ਇਸ ਗੱਲ ਦਾ ਹਮੇਸ਼ਾ ਖਿਆਲ ਰੱਖਿਆ ਜਾਏ ਕਿ ਜੋ ਕਰ ਰਿਹਾ ਹੈ ਉਸ ਕੀਤੇ ਹੋਏ ਦੇ ਪ੍ਰਤੀ ਮਨ ਦੇ ਵਿੱਚ ਕਿਤੇ ਹਉਮੈ ਨਾ ਆ ਜਾਏ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ। ਪਾਠ ਕੀਤਾ ਜੀ, 2-4 ਜਾਣਿਆਂ ਨੂੰ ਨਾਲ ਹੀ ਸੁਣਾ ਦਿੱਤਾ ਜੀ, ਮੈਂ ਤਾਂ ਸਵੇਰੇ ਉੱਠ ਕੇ ਪਾਠ ਕੀਤਾ, ਮੈਂ ਤਾਂ ਜੀ ਇੰਨੇ ਵਜੇ ਉੱਠ ਕੇ ਨਿਤਨੇਮ ਦਾ ਪਾਠ ਕਰ ਲੈਣਾ, ਉਸ ਤੋਂ ਬਾਅਦ ਮੈਂ ਸੁਖਮਨੀ ਸਾਹਿਬ ਵੀ ਕਰ ਲੈਣਾ। ਸਤਿਗੁਰੂ ਜੀ ਕਹਿੰਦੇ ਕੀਤਾ ਇਹ ਚੰਗੀ ਗੱਲ ਹੈ, ਕਰਨਾ ਵੀ ਚਾਹੀਦਾ ਹੈ, ਇਹ ਆਪਣੇ ਭਲੇ ਵਾਸਤੇ ਹੈ। ਮੈਂ ਆਪਣੇ ਤੌਰ ਤੇ ਆਪਣੀ ਪਰਸਨਲ ਲਾਈਫ ਵਾਸਤੇ, ਆਪਣੀ ਜ਼ਿੰਦਗੀ ਨੂੰ ਸੁਧਾਰਨ ਵਾਸਤੇ, ਗੁਰੂ ਸਾਹਿਬ ਦੇ ਹੁਕਮ ਨੂੰ ਕਮਾਉਣ ਵਾਸਤੇ ਮੈਂ ਕਰਦਾ ਪਿਆ। ਤੇ ਜੇ ਕਰ ਰਿਹਾ
ਤੇ ਸਾਹਿਬ ਜੀ ਕਹਿੰਦੇ ਫਿਰ ਸੁਣਾਉਣ ਦੀ ਲੋੜ ਕੋਈ ਨਹੀਂ, ਕਿਉਂਕਿ ਜਦੋਂ ਸੁਣਾਇਆ ਜਾਂਦਾ ਹੈ ਨਾ ਕਿ ਮੈਂ ਕੀਤਾ, ਉਸੇ ਸਮੇਂ ਤੇ ਹੀ ਹਉਮੈ ਜਿਹੜੀ ਹੈ ਅੰਦਰ ਆਣ ਕੇ ਵਸ ਜਾਂਦੀ ਹੈ। ਜਦੋਂ ਹੀ ਲਫ਼ਜ਼ ਕਿਤੇ ਜ਼ੁਬਾਨ ਤੋਂ ਮੈਂ ਨਿਕਲਦਾ ਹੈ ਨਾ ਸਾਧ ਸੰਗਤ, ਉੱਥੇ ਹੀ ਆਣ ਕੇ ਹਉਮੈ ਇਨਸਾਨ ਨੂੰ ਆਪਣੇ ਜਾਲ 'ਚ ਫਸਾ ਲੈਂਦੀ ਹੈ। ਕਬੀਰ ਸਾਹਿਬ ਨੇ ਕਿਉਂ ਕਿਹਾ? ਕਬੀਰ ਸਾਹਿਬ ਜਿਹੜੇ ਨੇ ਸ਼ਲੋਕਾਂ ਦੇ ਵਿੱਚ ਇਹ ਕਿਉਂ ਕਹਿ ਰਹੇ ਨੇ ਕਿ ਇਨਸਾਨ ਆਪਣੀ ਜ਼ੁਬਾਨ ਤੋਂ ਮੈਂ ਲਫ਼ਜ਼ ਕਦੇ ਯੂਜ਼ ਹੀ ਨਾ ਕਰੇ? ਕਿਉਂ ਕਹਿੰਦੇ ਨੇ? ਕਿਉਂਕਿ ਜਦੋਂ ਵੀ ਇਹ ਮੈਂ ਲਫ਼ਜ਼ ਜ਼ੁਬਾਨ ਤੇ ਆਏਗਾ, ਉਦੋਂ ਹੀ ਹਉਮੈ ਦੀ ਬਦਬੂ ਆਏਗੀ ਜ਼ੁਬਾਨ ਤੋਂ। ਤੇ ਭਾਈ ਸਾਹਿਬ ਜੀ ਭਗਤ ਕਬੀਰ ਜੀ ਨੂੰ ਪੁੱਛੀਏ, ਫਿਰ ਕਬੀਰ ਸਾਹਿਬ ਜੀ ਕਹਿਣਾ ਕੀ ਚਾਹੀਦਾ? ਜੇ ਮੈਂ ਨਹੀਂ ਕਹਾਂਗਾ, ਮੈਂ ਲਫ਼ਜ਼ ਜੇਕਰ ਮੈਂ ਯੂਜ਼ ਨਹੀਂ ਕਰਾਂਗਾ, ਤਾਂ ਫਿਰ ਕੀ ਮੈਨੂੰ ਯੂਜ਼ ਕਰਨਾ ਚਾਹੀਦਾ? ਕਿਹੜਾ ਵਰਡ ਯੂਜ਼ ਕਰਨਾ ਚਾਹੀਦਾ ਹੈ? ਤੇ ਕਬੀਰ ਸਾਹਿਬ ਕਹਿੰਦੇ ਫਿਰ ਜੇਕਰ ਤੂੰ ਯੂਜ਼ ਹੀ ਕਰਨਾ ਹੈ ਨਾ, ਤੇ ਇੱਦਾਂ ਕਹਿ। ਕੀ ਜੀ? ਕਹਿੰਦੇ ਕਬੀਰ ਤੂੰ ਕਰਤਾ ਤੂੰ ਹੁਆ। ਕਹਿੰਦੇ ਸਿਰਫ ਤੂੰ ਕਹਿਣਾ ਸ਼ੁਰੂ ਕਰ ਦੇ, ਮੈਂ ਦੀ ਜਗ੍ਹਾ ਤੂੰ ਨੂੰ ਲੈ ਕੇ ਆ ਜਾ। ਬਸ ਜਦੋਂ ਤੂੰ ਲਫ਼ਜ਼ ਆ ਜਾਏਗਾ ਨਾ ਜ਼ੁਬਾਨ ਤੇ ਕਿ ਜੋ ਕੀਤਾ ਹੈ ਮਾਲਕ ਤੂੰ ਕੀਤਾ ਹੈ, ਮੇਰੇ 'ਚ ਇੰਨੀ ਸਮਰੱਥਾ ਨਹੀਂ ਕਿ ਮੈਂ ਕੁਝ ਕਰ ਸਕਾਂ, ਜਦੋਂ ਮੈਂ ਤੂੰ ਲਫ਼ਜ਼ ਸਾਡੀ ਜ਼ੁਬਾਨ ਤੇ ਆ ਜਾਏਗਾ ਨਾ ਸਾਧ ਸੰਗਤ, ਫਿਰ ਇਹ ਜਿਹੜੀ ਹਉਮੈ ਹੈ ਨਾ, ਚਾਹੇ ਉਹ ਸੰਸਾਰਕ ਹੋਵੇ ਤੇ ਚਾਹੇ ਉਹ ਧਾਰਮਿਕ ਹੋਵੇ, ਇਹਦਾ ਇਲਾਜ ਹੋ ਜਾਏਗਾ। ਗੁਰੂ ਰਾਮਦਾਸ ਮਹਾਰਾਜ ਵੀ ਇਹੀ ਗੱਲ ਕਹਿੰਦੇ ਨੇ। ਸਾਹਿਬ ਜੀ ਕਹਿੰਦੇ ਕਰਮ ਕਰੈ ਇਹ ਬਿਦ ਨਹੀਂ ਜਾਣੇ, ਜਿਉਂ ਕੁੰਚਰ ਨਹਾਏ ਖਾਕ ਸਿਰ ਛਾਣੇ। ਸਤਿਗੁਰੂ ਜੀ ਕਹਿੰਦੇ ਇਹ ਇਨਸਾਨ ਕਰਮ ਤਾਂ ਕਰ ਰਿਹਾ ਹੈ, ਧਾਰਮਿਕ ਤੌਰ ਤੇ ਧਰਮੀ ਹੋਣ ਵਾਸਤੇ ਕਰਮ ਤਾਂ ਕਰਦਾ ਪਿਆ ਹੈ, ਪਰ ਇਸ ਇਨਸਾਨ ਦੀ ਹਾਲਤ ਕਹਿੰਦੇ ਉਸ ਹਾਥੀ ਵਰਗੀ ਹੋਈ ਹੈ, ਜਿਹੜਾ ਇਸ਼ਨਾਨ ਤਾਂ ਕਰਦਾ ਹੈ ਪਰ ਹੁੰਦਾ ਕੀ ਹੈ? ਕਹਿੰਦੇ ਜਿਉਂ ਕੁੰਚਰ ਨਹਾਏ, ਨਹਾ ਕੇ ਖਾਕ ਮੀਨਸ ਡਸਟ, ਸਿਰ ਛਾਣੇ, ਕਹਿੰਦੇ ਆਪਣੇ ਸਿਰ ਦੇ ਉੱਤੇ ਫਿਰ ਉਹ ਸਵਾਹ ਪਾ ਲੈਂਦਾ। ਜਿੰਨੇ ਵੀ ਧਾਰਮਿਕ ਕਰਮ ਕੀਤੇ ਜਾਣ, ਉਹ ਕਰਨ ਤੋਂ ਬਾਅਦ ਜੇਕਰ ਇਨਸਾਨ ਦੇ ਅੰਦਰ ਹਉਮੈ ਆ ਜਾਂਦੀ ਹੈ, ਸਤਿਗੁਰੂ ਜੀ ਕਹਿੰਦੇ ਇਹਦੀ ਹਾਲਤ ਵੀ ਉਸ ਹਾਥੀ ਵਰਗੀ ਹੁੰਦੀ ਹੈ। ਜਿਵੇਂ ਹਾਥੀ ਆਪਣੇ ਸਿਰ ਤੇ ਸਵਾਹ ਪਾ ਲੈਂਦਾ ਹੈ, ਇਹ ਇਨਸਾਨ ਵੀ ਆਪਣੇ ਉੱਤੇ ਸਵਾਹ ਪਾ ਲੈਂਦਾ ਹੈ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਭਲਿਆ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਬਾਧੇ। ਅਧਿਕ ਦਾ ਮਤਲਬ ਹੁੰਦਾ ਹੋਰ ਜ਼ਿਆਦਾ। ਮੈਂ ਪਾਠ ਵੀ ਕੀਤਾ, ਮੈਂ ਜਾ ਕੇ ਤੀਰਥ ਇਸ਼ਨਾਨ ਵੀ ਕਰ ਲਿਆ, ਮੈਂ ਧਾਰਮਿਕ ਗ੍ਰੰਥਾਂ ਦੀ ਵਿਚਾਰ ਵੀ ਕੀਤੀ, ਮੈਂ ਯੋਗ ਸਾਧਨਾ ਵੀ ਕੀਤੀ। ਇਹ ਸਭ ਕੁਝ ਕਰਨ ਤੋਂ ਬਾਅਦ ਹੋਇਆ ਕਿ ਚਾਹੀਦਾ ਇਹ ਸੀ ਕਿ ਮੇਰੇ ਅੰਦਰੋਂ ਇਹ ਜਿਹੜੇ ਵਿਕਾਰ ਨੇ ਇਹ ਅੰਡਰ ਕੰਟਰੋਲ ਹੁੰਦੇ, ਪਰ ਹੋਇਆ ਕੀ ਹੈ? ਕਹਿੰਦੇ ਅਧਿਕ ਦਾ ਮਤਲਬ ਹੋਰ ਜ਼ਿਆਦਾ, ਅਹਮ ਬੁੱਧ ਬਾਧੇ, ਹਉਮੈ ਦੇ ਵਿੱਚ ਫਸ ਗਿਆ। ਸਤਿਗੁਰੂ ਜੀ ਕਹਿੰਦੇ ਇਦਾਂ ਤਾਂ ਮੰਜ਼ਿਲ ਦੀ ਪ੍ਰਾਪਤੀ ਨਹੀਂ ਹੋਏਗੀ। ਉਹ ਉੱਥੋਂ ਤੱਕ ਪਹੁੰਚਣ ਵਾਸਤੇ ਇਹ ਹਉਮੈ ਤੋਂ ਛੁਟਕਾਰਾ ਪਾਉਣਾ ਬਹੁਤ ਜ਼ਰੂਰੀ ਹੈ। ਤੇ ਉਹ ਫਿਰ ਹੋਏਗਾ ਕਿਵੇਂ? ਜੇਕਰ ਇੱਕ ਆਮ ਨੋਰਮਲ ਬੰਦਾ ਹਉਮੈ ਤੋਂ ਛੁਟਕਾਰਾ ਪਾਉਣ ਦੇ ਲਈ ਗੁਰੂ ਘਰ ਆਣ ਕੇ ਜਾਂ ਧਾਰਮਿਕ ਸਥਾਨ ਤੇ ਜਾ ਕੇ ਅਰਜ਼ੋਈ ਕਰਦਾ ਹੈ, ਬੇਨਤੀ ਕਰਦਾ ਹੈ, ਤੇ ਭਾਈ ਸਾਹਿਬ ਜੀ ਕਹਿੰਦੇ ਜੇ ਗੁਰਦੁਆਰੇ ਹੀ ਗੁਰੂ ਦੇ ਦਰ ਤੇ ਆਣ ਕੇ ਵੀ ਹਉਮੈ ਦੇ ਵਿੱਚ ਹੀ ਫਸੇ ਰਹਿਣਾ ਹੈ, ਤੇ ਫਿਰ ਛੁਟਕਾਰਾ ਕਿਵੇਂ ਹੋਏਗਾ? ਫਿਰ ਹੁਣ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਜੇ ਗੁਰੂ ਘਰ ਆਣ ਕੇ ਵੀ ਹਉਮੈ ਤੋਂ ਛੁਟਕਾਰਾ ਨਹੀਂ ਹੋ ਸਕਦਾ, ਤੇ ਫਿਰ ਹੋਵੇਗਾ ਕਿਵੇਂ? ਸਾਹਿਬ ਜੀ ਕਹਿੰਦੇ ਹੋਏਗਾ, ਇੱਥੋਂ ਹੀ ਛੁਟਕਾਰਾ ਹੋਏਗਾ। ਹੋਰ ਕੋਈ ਦੂਜਾ ਜਾਂ ਤੀਜਾ ਸਥਾਨ ਨਹੀਂ ਹੈ ਜਿੱਥੋਂ ਜਾ ਕੇ ਹਉਮੈ ਤੋਂ ਬਚਾਅ ਹੋ ਜਾਏ। ਇਹੀ ਇੱਕ ਸਥਾਨ ਹੈ ਜਿੱਥੋਂ ਹਉਮੈ ਤੋਂ ਛੁਟਕਾਰਾ ਮਿਲੇਗਾ। ਪਰ ਮਿਲੇਗਾ ਕਿਵੇਂ? ਕਿਸ ਤਰ੍ਹਾਂ ਹੋ ਸਕਦਾ ਹੈ? ਭਾਈ ਸਾਹਿਬ ਜੀ ਕਹਿੰਦੇ ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਵੇ, ਤਹਾਂ ਜੋ ਮਾਇਆ ਵਿਆਪੇ ਕਹਾਂ ਠਹਿਰਾਈ ਹੈ। ਕਿੱਥੇ ਜਾਵਾਂਗੇ ਜੇ ਇੱਥੇ ਵੀ ਮਾਇਆ ਦੇ ਆਣ ਕੇ ਗਰਸ ਲਿਆ? ਜੇ ਇੱਥੇ ਵੀ ਆਣ ਕੇ ਹਉਮੈ 'ਚ ਫਸ ਗਏ, ਫਿਰ ਕਿੱਥੇ ਜਾਵਾਂਗੇ? ਸਤਿਗੁਰੂ ਜੀ ਕਹਿੰਦੇ ਜਾਣ ਦੀ ਕਿਤੇ ਲੋੜ ਨਹੀਂ। ਕਰਨਾ ਕੀ ਹੈ? ਗੁਰੂ ਦਰ ਤੇ ਆਣ ਕੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ ਪੜ੍ਹਦੇ ਹੋ ਨਾ ਜੀ ਆਪ ਸਾਧ ਸੰਗਤ ਰੋਜ਼ਾਨਾ ਆਨੰਦ ਸਾਹਿਬ ਦੇ ਵਿੱਚ, ਕੀ ਕਹਿੰਦੇ ਨੇ ਸਤਿਗੁਰੂ ਜੀ? ਕਹਿੰਦੇ ਜੇਕਰ ਤੂੰ ਚਾਹੁੰਦਾ ਹੈ ਕਿ ਮੇਰੇ ਜੀਵਨ ਦੇ ਵਿੱਚ ਕੋਈ ਚੇਂਜ ਆਏ, ਤੇ ਫਿਰ ਇੱਕ ਕੰਮ ਕਰ, ਗੁਰੂ ਦੇ ਸ਼ਬਦ ਨਾਲ ਜੁੜ ਜਾ। ਗੁਰੂ ਦੇ ਸ਼ਬਦ ਨੂੰ ਜੀਵਨ ਦੇ ਵਿੱਚ ਕਮਾਉਣਾ ਸ਼ੁਰੂ ਕਰ। ਜਿੱਥੇ ਪੜ੍ਹਨਾ ਹੈ, ਵਿਚਾਰਨਾ ਹੈ, ਉੱਥੇ ਨਾਲ ਦੀ ਨਾਲ ਇਹਨੂੰ ਕਮਾਉਣਾ ਵੀ ਸ਼ੁਰੂ ਕਰ ਦੇ। ਗੁਰੂ ਨਾਨਕ ਸਾਹਿਬ ਨੇ ਵੀ ਆਸਾ ਕੀ ਵਾਰ ਦੇ ਵਿੱਚ ਇਹੀ ਗੱਲ ਕਹੀ। ਜਦੋਂ ਆਪਾਂ ਵਚਨ ਪੜ੍ਹਦੇ ਨਾ, ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ, ਜਿਹਦੇ ਇੱਥੇ ਕਹਿੰਦੇ ਨੇ ਬੜਾ ਭਿਆਨਕ ਰੋਗ ਹੈ ਹਉਮੈ, ਪਰ ਲਾ ਇਲਾਜ ਨਹੀਂ ਹੈ। ਇਹਦਾ ਇਲਾਜ ਹੋ ਸਕਦਾ ਹੈ। ਹੋਵੇਗਾ ਕਿਵੇਂ?
ਸਤਿਗੁਰੂ ਜੀ ਕਹਿੰਦੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਜਦੋਂ ਇਹਦੀ ਰਹਿਮਤ ਹੁੰਦੀ ਹੈ, ਜਦੋਂ ਇਹਦੇ ਅੱਗੇ ਆਣ ਕੇ ਗੁਰੂ ਦੇ ਸਾਹਮਣੇ ਖੜੇ ਹੋ ਕੇ ਆਪਾਂ ਝੋਲੀ ਅੱਡ ਕੇ ਪੱਲਾ ਅੱਡ ਕੇ ਕਵਾਂਗੇ ਨਾ ਮੇਰੇ ਮਾਲਕ ਕਿਰਪਾ ਕਰ, ਤੇ ਸਾਧ ਸੰਗਤ ਖਿਆਲ ਕਰਿਓ ਫਿਰ ਇਹਦੀ ਕਿਰਪਾ ਦੇ ਨਾਲ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਫਿਰ ਗੁਰੂ ਦੇ ਸ਼ਬਦ ਦੀ ਕਮਾਈ ਹੋਏਗੀ। ਕਮਾਈ ਦਾ ਮਤਲਬ ਇੱਥੇ ਮਾਫ ਕਰਨਾ ਮੈਂ ਲਫ਼ਜ਼ ਲੱਗਾ ਯੂਜ਼ ਕਰਨ, ਬਾਣੀ ਦੇ ਵਿੱਚ ਵੀ ਵੈਸੇ ਸਤਿਗੁਰਾਂ ਨੇ ਇਹ ਵਰਡ ਜਿਹੜੇ ਨੇ ਯੂਜ਼ ਕੀਤੇ ਹੋਏ ਨੇ ਜੀ, ਬਚਨ ਨੇ ਗੁਰੂ ਸਾਹਿਬ ਦੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ। ਕਹਿੰਦੇ ਜਿਹੜੇ ਬਾਣੀ ਨੂੰ ਵੇਚਦੇ ਨੇ, ਖਿਆਲ ਕਰਿਓ ਸਾਧ ਸੰਗਤ, ਬਾਣੀ ਵੇਚਣ ਦਾ ਮਤਲਬ ਇੱਕ ਬਿਜ਼ਨਸ ਬਣਾ ਲੈਣਾ, ਬਾਣੀ ਨੂੰ ਵੀ ਬਿਜ਼ਨਸ ਬਣਾ ਲੈਣਾ। ਕਾਗਜ਼ਾਂ ਦੇ ਉੱਤੇ ਨਾ ਕਈ ਇਹੋ ਜਿਹੇ ਵੀ ਨੇ ਜੀ ਜਿਹੜੇ ਕਾਗਜ਼ਾਂ ਦੇ ਉੱਤੇ ਸ਼ਬਦ ਲਿਖ ਕੇ ਦੇਣਗੇ, ਜੀ ਲਓ ਇੰਨੀ ਭੇਟਾ ਦਿਓ, ਆਹ ਸ਼ਬਦ ਕਰੋ ਤੇ ਇਹਦੇ ਨਾਲ ਇਹ ਹੋ ਜਾਏਗਾ। ਇੱਦਾਂ ਨਹੀਂ। ਕਮਾਉਣ ਦਾ ਮਤਲਬ ਸਾਧ ਸੰਗਤ ਇੱਥੇ ਹੈ ਕਿ ਪ੍ਰੈਕਟੀਕਲ ਤੌਰ ਤੇ ਜੋ ਗੁਰੂ ਸਾਹਿਬ ਕਹਿ ਰਹੇ ਨੇ ਉਸ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਣਾ, ਉਹਦੇ ਅਕੋਰਡਿੰਗਲੀ ਆਪਣੀ ਲਾਈਫ ਨੂੰ ਬਣਾ ਲੈਣਾ। ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਬਾਣੀ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਪਏ ਨੇ, ਉਸ ਬਾਣੀ ਦੇ ਅਕੋਰਡਿੰਗਲੀ ਚੱਲਣ ਦੀ ਕੋਸ਼ਿਸ਼ ਕਰਨੀ। ਤੇ ਜਦੋਂ ਫਿਰ ਚੱਲਿਆ ਜਾਏਗਾ ਨਾ, ਫਿਰ ਕੀ ਹੋਏਗਾ? ਕਿਰਪਾ ਕਰੇ ਜੀ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਨਾਨਕ ਕਹੈ ਸੁਣੋ ਜਨੋ ਇਤ ਸੰਜਮ ਦੁੱਖ ਜਾਏ। ਇਹੀ ਇੱਕ ਤਰੀਕਾ ਜੇ ਇਸ ਹਉਮੈ ਤੋਂ ਛੁਟਕਾਰਾ ਪਾਉਣ ਦਾ, ਚਾਹੇ ਉਹ ਸੰਸਾਰਕ ਹੋਵੇ ਤੇ ਚਾਹੇ ਹੋਵੇ ਧਾਰਮਿਕ। ਸੰਸਾਰਕ ਹਉਮੈ ਤੋਂ ਤਾਂ ਇਨਸਾਨ ਬਚ ਜਾਏਗਾ, ਪਰ ਜਿਹੜੇ ਧਾਰਮਿਕ ਤੌਰ ਤੇ ਹਉਮੈ ਦੇ ਵਿੱਚ ਫਸੇ ਹੋਏ ਨੇ ਨਾ ਸਾਡੇ ਵਰਗੇ ਲੋਕ, ਉਹਨਾਂ ਦਾ ਇਸ ਹਉਮੈ ਦੇ ਵਿੱਚੋਂ ਨਿਕਲਣਾ ਬੜਾ ਔਖਾ। ਸਾਧ ਸੰਗਤ, ਅਸੀਂ ਆਪਣੇ ਆਪ ਨੂੰ ਆਪਣੀ ਵੱਖਰੀ ਦੁਨੀਆ ਦੇ ਵਿੱਚ ਰਹਿੰਦੇ ਹਾਂ ਕਿ ਜੀ ਅਸੀਂ ਧਾਰਮਿਕ, ਅਸੀਂ ਗੁਰੂ ਦੇ ਕੋਲ ਰਹਿੰਦੇ ਹਾਂ। ਸੰਗਤ ਵਿੱਚੋਂ ਵੀ ਕਈ ਐਸੇ ਬੜੇ ਭਾਵਨਾ ਵਾਲੇ ਕਹਿਣਗੇ, ਜੀ ਗਿਆਨੀ ਜੀ ਤੁਸੀਂ ਗੁਰੂ ਦੇ ਬੜੇ ਬੜੇ ਵੱਡੇ ਭਾਗਾਂ ਵਾਲੇ ਹੋ, ਗੁਰੂ ਦੇ ਕੋਲ ਰਹਿੰਦੇ ਹੋ। ਪਰ ਖਿਆਲ ਕਰਿਓ ਸਾਧ ਸੰਗਤ, ਸਿਆਣੇ ਕਹਿੰਦੇ ਨੇ ਨਾ, ਹਰ ਚਮਕਦੀ ਚੀਜ਼ ਸੋਨਾ ਨਹੀਂ ਜੇ ਹੁੰਦੀ, ਤੇ ਵਾਕਿਆ ਨਹੀਂ ਜੇ ਹੁੰਦੀ। ਅਸੀਂ ਲੋਕ ਜਿੰਨੇ ਗੁਰੂ ਦੇ ਨਜ਼ਦੀਕ ਨਜ਼ਰ ਆਉਂਦੇ ਆ ਨਾ, ਉਹਨੇ ਹੈ ਨਹੀਂ ਅਸਲ ਦੇ ਵਿੱਚ। ਅਸਲੀਅਤ ਹੈ ਇਹਦੇ ਵਿੱਚ, ਕੋਈ ਅਤ ਕਥਨੀ ਨਹੀਂ। ਸਾਡੇ ਵਰਗੇ ਲੋਕ ਬੜੀ ਹਉਮੈ ਦੇ ਵਿੱਚ ਫਸੇ ਹੋਏ ਨੇ ਜੀ, ਮੈਂ ਹਰ ਪਾਸੇ ਮੈਂ ਚੱਲਦੀ ਪਈ ਹੈ। ਤੇ ਜੇ ਕਿਤੇ ਆ ਮੈਂ ਨਾ ਹੋਵੇ, ਹਉਮੈ ਨਾ ਹੋਵੇ, ਤੇ ਖਿਆਲ ਕਰੋ, ਮੈਨੂੰ ਕਹਿ ਲੈਣ ਦਿਓ, ਜਿੰਨੇ ਵੀ ਪੰਥ ਦੇ ਵਿੱਚ ਕੰਟਰੋਵਰਸੀਜ਼ ਚੱਲਦੀਆਂ ਪਈਆਂ ਨੇ ਨਾ, ਇਹ ਸਾਰੀਆਂ ਸੋਲਵ ਹੋ ਜਾਂਦੀਆਂ। ਇਹ ਹਉਮੈ ਨਹੀਂ ਕਿਸੇ ਬੰਨੇ ਲੱਗਣ ਦਿੰਦੀ, ਜਿਸ ਹਉਮੈ ਦੇ ਵਿੱਚ ਅਸੀਂ ਫਸੇ ਪਏ ਹਾਂ, ਧਾਰਮਿਕ ਹਉਮੈ। ਇਹਦਾ ਇਲਾਜ ਵੀ ਗੁਰੂ ਨੇ ਹੀ ਕਰਨਾ ਹੈ। ਸਤਿਗੁਰੂ ਜੀ ਕਹਿੰਦੇ ਤੂੰ ਸ਼ਬਦ ਦੀ ਕਮਾਈ ਕਰ। ਜਦੋਂ ਸ਼ਬਦ ਦੀ ਕਮਾਈ ਹੋਏਗੀ ਫਿਰ ਇਸ ਹਉਮੈ ਨੇ ਅੰਦਰੋਂ ਜਾਣਾ ਹੈ। ਨਹੀਂ ਤੇ ਅਸੀਂ ਆਪਣੇ ਆਪ ਨੂੰ ਸਮਝੀ ਬੈਠਣਾ ਹੈ ਜੀ ਕਿ ਮੈਂ ਤਾਂ ਬੜਾ ਧਾਰਮਿਕ ਜੀ, ਮੈਂ ਤਾਂ ਇਹ ਵੀ ਕਰਦਾ, ਮੈਂ ਤੇ ਅੰਮ੍ਰਿਤ ਵੇਲੇ ਜਾ ਕੇ ਬਾਣੀ ਵੀ ਪੜ੍ਹਦਾ, ਮੈਂ ਤੇ ਸਿਮਰਨ ਵੀ ਕਰਦਾ, ਬਸ ਜਿੱਥੇ ਮੈਂ ਆ ਗਈ ਉੱਥੇ ਬੇੜਾ ਗਰਕ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ। ਆਹ ਲਫ਼ਜ਼ ਸਾਧ ਸੰਗਤ ਧਿਆਨ ਨਾਲ, ਮੇਰੇ ਖਿਆਲ ਸਕਰੀਨ ਤੇ ਵੀ ਜੇਕਰ ਤੁਸੀਂ ਪੜ੍ਹ ਸਕੋ, ਮਨ ਮੈਂ, ਜਿਹੜਾ ਮੈਂ ਲਫ਼ਜ਼ ਹੈ ਨਾ ਜੀ, ਇਹਨੂੰ ਵਿਦਾਊਟ ਬਿੰਦੀ ਪ੍ਰੋਨਾਊਂਸ ਕਰਨਾ ਹੈ। ਮੈਂ ਨਹੀਂ ਕਹਿਣਾ, ਮੈਂ ਨਹੀਂ ਕਹਿਣਾ, ਮੈਂ। ਮਨ ਵਿੱਚ, ਮੈਂ ਦਾ ਮਤਲਬ ਹੈ ਵਿੱਚ, ਮੈਂ ਦਾ ਮਤਲਬ ਹੋ ਜਾਏ ਕਿ ਮੈਂ, ਇਹ ਮੇਰੀ ਗੱਲ ਹੋਏਗੀ ਫਸਟ ਪਰਸਨ। ਪਰ ਜਦੋਂ ਮੈਂ ਵਿਦਾਊਟ ਬਿੰਦੀ ਪੜਾਂਗੇ, ਇਹਦਾ ਮਤਲਬ ਹੋਏਗਾ ਮਨ ਵਿੱਚ ਧਰੈ ਗੁਮਾਨ। ਗੁਮਾਨ ਦਾ ਮਤਲਬ ਹੰਕਾਰ, ਹਉਮੈ। ਧਾਰਮਿਕ ਕਰਮ ਕਰਕੇ ਜਿਹੜਾ ਮਨ ਵਿੱਚ ਹੰਕਾਰ ਕਰਦਾ ਹੈ ਕਿ ਮੈਂ ਕੀਤਾ, ਸਤਿਗੁਰੂ ਜੀ ਕਹਿੰਦੇ ਉਹਦੀ ਹਾਲਤ ਨਾਨਕ ਨਿਹਫਲ ਜਾਤ ਤੇ। ਮਤਾਂ ਕਿਤੇ ਭੁਲੇਖੇ ਚ ਨਾ ਰਹੀ ਕਿ ਤੇਰੇ ਇਹ ਕੀਤੇ ਜਾ ਰਹੇ ਹਉਮੈ ਦੇ ਅਧੀਨ ਜਿਹੜੇ ਧਾਰਮਿਕ ਕਰਮ ਨੇ, ਇਹ ਤੇਰਾ ਜੀਵਨ ਸਵਾਰ ਦੇਣਗੇ। ਸਤਿਗੁਰੂ ਜੀ ਕਹਿੰਦੇ ਤੇਰੀ ਹਾਲਤ ਨਾਨਕ ਨਿਹਫਲ ਜਾਤ ਤੇ, ਜਿਉਂ ਕੁੰਚਰ ਇਸ਼ਨਾਨ, ਬਿਲਕੁਲ ਉਸ ਹਾਥੀ ਵਰਗੀ ਤੇਰੀ ਹਾਲਤ ਹੈ ਜਿਹੜਾ ਇਸ਼ਨਾਨ ਕਰਕੇ ਆਪਣੇ ਸਿਰ ਦੇ ਉੱਤੇ ਆਪ ਹੀ ਸਵਾਹ ਪਾ ਲੈਂਦਾ ਹੈ। ਜੇਕਰ ਧਾਰਮਿਕ ਕਰਮ ਕਰਕੇ ਮੈਂ ਹਉਮੈ ਆਪਣੇ ਅੰਦਰ ਕਰਦਾ, ਤੇ ਸਤਿਗੁਰੂ ਜੀ ਕਹਿੰਦੇ ਤੂੰ ਵੀ ਆਪਣੇ ਸਿਰ ਦੇ ਉੱਤੇ ਆਪ ਹੀ ਸਵਾਹ ਪਾਈ ਜਾ ਰਿਹਾ ਹੈ। ਗੁਰੂ ਕਿਰਪਾ ਕਰੇ ਕਿਤੇ ਇਸ ਹਉਮੈ ਤੋਂ ਛੁਟਕਾਰਾ ਮਿਲ ਜਾਏ। ਇਹ ਬੜੀ ਖਤਰਨਾਕ ਹੈ। ਇਹ ਹਉਮੈ ਕੀਤੀ ਕਮਾਈ ਦਾ ਸਰਵਨਾਸ਼ ਕਰ ਦਿੰਦੀ ਹੈ। ਕਿੰਨੀ ਵੀ ਇਨਸਾਨ ਨੇ ਕਮਾਈ ਕਿਉਂ ਨਾ ਕੀਤੀ ਹੋਵੇ, ਕਿਤੇ ਇਹ ਹਉਮੈ ਅੰਦਰ ਆ ਜਾਏ, ਸਾਰਾ ਕੀਤੇ ਕਰਾਏ ਦੇ ਉੱਤੇ ਪਾਣੀ ਫੇਰ ਦਿੰਦੀ ਹੈ।
ਇਹ ਤੋਂ ਬਚਣ ਦੇ ਲਈ ਨਾ ਸਾਧ ਸੰਗਤ ਹਰ ਪਲ ਹਰ ਸਵਾਸ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਅਰਦਾਸ ਅਰਜ਼ੋਈ ਚਾਹੀਦੀ ਹੈ, ਤਾਂ ਹੀ ਕਿਤੇ ਇਹ ਤੋਂ ਬਚਾਅ ਹੈ। ਗੁਰੂ ਕਿਰਪਾ ਕਰੇ ਜਿਹੜੀ ਗੱਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਾਨੂੰ ਸਮਝਾਈ ਹੈ ਉਹ ਕਿਤੇ ਹਿਰਦੇ ਦੇ ਵਿੱਚ ਵਸ ਜਾਏ। ਇਸ ਦੋਨਾਂ ਤਰ੍ਹਾਂ ਦੀ ਹਉਮੈ ਤੋਂ ਗੁਰੂ ਦੀ ਕਿਰਪਾ ਦੇ ਨਾਲ ਹੀ ਬਚਾਅ ਹੋ ਸਕਦਾ ਹੈ, ਹੋਰ ਤਰੀਕਾ ਕੋਈ ਨਹੀਂ। ਜੇ ਸਤਿਗੁਰੂ ਜੀ ਰਹਿਮਤ ਕਰਨ ਜੀ, ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।